ਡੀਅਰ ਸਟੂਡੈਂਟਸ ਰਾਜੇ ਅੱਜ ਆਪਾਂ ਹਿਸਟਰੀ ਦਾ 4th ਚੈਪਟਰ ਰੀਡ ਕਰਾਂਗੇ ਦ ਗ੍ਰੇਟ ਮੁਗਲਸ। ਮੁਗਲਾਂ ਦੇ ਬਾਰੇ ਆਪਾਂ ਅੱਜ ਜਿਹੜਾ ਹੈਗਾ ਇਹ ਪੜ੍ਹਨ ਜਾ ਰਹੇ ਹਾਂ। 4th ਚੈਪਟਰ ਹੈ ਹਿਸਟਰੀ ਦਾ। The first half of the 15th century witnessed political instability with the disintegration of the Tughlaq dynasty। ਕਹਿੰਦੇ 15th ਸੈਂਚੁਰੀ ਸੀ ਜਿਹੜੀ 15ਵੀਂ ਸੈਂਚੁਰੀ ਦਾ ਜਿਹੜਾ ਪਹਿਲਾ ਅੱਧ ਸੀ, ਉਦੋਂ ਕੀ ਸੀ? ਪੋਲੀਟੀਕਲ ਇਨਸਟੈਬਿਲਿਟੀ, ਰਾਜਨੀਤਿਕ ਅਸਥਿਰਤਾ ਸੀਗੀ ਤੇ ਤੁਗਲਕ ਡਾਇਨੈਸਟੀ ਸੀ ਜਿਹੜੀ ਉਹ ਬਿਖਰ ਚੁੱਕੀ ਸੀ। ਬੋਥ ਆਫ ਸੈਯਦਸ ਐਂਡ ਦ ਲੋਧੀ ਰੂਲਰਸ ਫੇਲਡ ਟੂ ਕੋਪ ਵਿਦ ਦ ਡਿਸਟਰਪਟਿਵ ਫੋਰਸਿਸ। ਹੁਣ ਸੈਯਦ ਤੇ ਨਾਲ ਲੋਧੀ ਰੂਲਰਸ ਉਹ ਵੀ ਇਸ ਤਰ੍ਹਾਂ ਦੀ ਕੰਡੀਸ਼ਨਸ ਦੇ ਵਿੱਚ, ਇਸ ਤਰ੍ਹਾਂ ਦੀ ਕੰਡੀਸ਼ਨ ਨੂੰ ਹੈਂਡਲ ਕਰਨ ਦੇ ਵਿੱਚ ਜਿਹੜੇ ਸੀ ਫੇਲ ਹੋ ਚੁੱਕੇ ਸੀ। ਦ ਮੁਗਲਸ ਵਰ ਦ ਲਾਸਟ ਪਾਵਰਫੁਲ ਡੀਸੈਂਡੈਂਟਸ ਆਫ ਦ ਮੰਗੋਲਸ। ਕਹਿੰਦੇ ਮੁਗਲ ਕੌਣ ਸੀ? ਮੁਗਲ ਲਾਸਟ ਪਾਵਰਫੁਲ ਡੀਸੈਂਡੈਂਟ ਸੀ, ਮੰਗੋਲਾਂ ਦੀ ਲਾਸਟ ਜਿਹੜੀ ਸੀ ਆਖਰੀ ਆਪਾਂ ਔਲਾਦ ਕਹਿ ਸਕਦੇ ਹਾਂ, ਆਖਰੀ ਜਿਹੜੀ ਹੈਗੀ ਆ ਪੀੜ੍ਹੀ ਸੀਗੀ ਮੰਗੋਲਾਂ ਦੀ। ਠੀਕ ਹੈ। The Mughal Empire in India lasted from the 16th century to the mid of 19th century AD। ਕਹਿੰਦੇ ਇਹ ਕਦੋਂ ਤੋਂ ਕਦੋਂ ਤੱਕ ਸੀ? ਮੁਗਲਾਂ ਦਾ ਰਾਜ 16ਵੀਂ ਸੈਂਚੁਰੀ ਤੋਂ ਲੈ ਕੇ 19th ਸੈਂਚੁਰੀ ਦੇ ਮਿਡ ਤੱਕ ਜਿਹੜਾ ਹੈਗਾ ਰਿਹਾ ਹੈ। ਫੋਰ ਅਰਾਊਂਡ 250 ਈਅਰਸ 250 ਸਾਲ ਤੱਕ ਜਿਹੜਾ ਹੈਗਾ ਇਹਨਾਂ ਨੇ ਰਾਜ ਕੀਤਾ ਹੈ। In the course of these 250 years, the Mughal expanded their empire। ਇਸ 250 ਸਾਲਾਂ ਦੇ ਦੌਰਾਨ ਮੁਗਲਾਂ ਨੇ ਆਪਦੇ empire ਨੂੰ ਦੂਰ ਦੂਰ ਤੱਕ ਫੈਲਾ ਚੁੱਕੇ ਸਨ। ਹੁਣ ਆ ਜਾਂਦਾ ਏ ਫਸਟ ਮੁਗਲ ਰੂਲਰ ਬਾਬਰ। ਬਾਬਰ whose real name was Jahir Uddin Muhammad। ਬਾਬਰ ਦਾ ਰੀਅਲ ਨੇਮ ਜਾਹੀਰ ਉਦੀਨ ਮੁਹੰਮਦ ਸੀ। ਇਸਟੈਬਲਿਸ਼ਡ ਮੁਗਲ ਇੰਪਾਇਰ ਇਨ ਇੰਡੀਆ। ਉਹਨੇ ਮੁਗਲ ਇੰਪਾਇਰ ਇੰਡੀਆ ਦੇ ਵਿੱਚ ਇਸਟੈਬਲਿਸ਼ ਕੀਤਾ ਸੀ, ਸਥਾਪਿਤ ਕੀਤਾ ਸੀ। He was a military genius who skillfully combined his artillery with his cavalry ਟੂ ਵਿਨ ਬੈਟਲਸ। ਉਹ ਬਹੁਤ ਹੀ ਜ਼ਿਆਦਾ ਵਧੀਆ ਇੱਕ ਰਾਜਾ ਵੀ ਸੀ, ਵਧੀਆ ਸੈਨਾਪਤੀ ਸੀ, ਵਧੀਆ ਨਾਗਰਿਕ ਸੀ। ਤਾਂ ਉਹਨੇ ਕੀ ਕੀਤਾ? ਮਿਲਟਰੀ ਜੀਨੀਅਸ ਵੀ ਸੀਗਾ, ਮਤਲਬ ਸੈਨਾ ਦੇ ਵਿੱਚ ਵੀ ਉਹ ਬਹੁਤ ਜ਼ਿਆਦਾ ਇੰਟਰਸਟ ਲੈਂਦਾ ਸੀ। ਤਾਂ ਉਸ ਨੇ ਤੋਪਖਾਨੇ ਨੂੰ, ਆਰਟਿਲਰੀ ਹੁੰਦੀ ਹੈ ਤੋਪਖਾਨਾ, ਕੈਵਲਰੀ ਹੁੰਦੀ ਹੈ ਘੋੜਸਵਾਰ ਸੈਨਾ, ਤੋਪਖਾਨੇ ਨੂੰ ਘੋੜਸਵਾਰ ਸੈਨਾ ਦੇ ਨਾਲ ਕੰਬਾਈਨ ਕੀਤਾ ਤਾਂ ਜੋ ਉਹ ਜਿੱਤਾਂ ਪ੍ਰਾਪਤ ਕਰ ਸਕੇ। The Indian soldiers were familiar with big guns but not the light field artillery and muskets used by Babur। Babur inflicted a crushing defeat on Ibrahim Lodi in the first battle of Panipat in 1526 AD। ਹੁਣ ਦੋਹਾਂ ਚੀਜ਼ਾਂ ਨੂੰ ਕੰਬਾਈਨ ਕਰਕੇ ਆਪਦੀ ਵਧੀਆ ਸੈਨਾ ਬਣਾ ਕੇ ਬਾਬਰ ਨੇ ਕੀ ਕੀਤਾ? ਸਭ ਤੋਂ ਪਹਿਲਾਂ ਬਹੁਤ ਹੀ ਦਰਦਨਾਕ ਹਾਰ ਦਿੱਤੀ ਇਬਰਾਹਿਮ ਲੋਧੀ ਨੂੰ। ਇਨ ਦਾ ਫਸਟ ਬੈਟਲ ਆਫ ਪਾਣੀਪਤ। ਪਾਣੀਪਤ ਦੀ ਪਹਿਲੀ ਲੜਾਈ 1526 AD ਦੇ ਵਿੱਚ ਹੋਈ ਸੀ। ਉਸ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਇਆ ਸੀਗਾ। ਬਾਬਰ ਹੈਡ ਟੂ ਫੇਸ 2 ਅਦਰ ਐਨੀਮੀਜ਼ ਇਨ ਨਾਰਥ ਇੰਡੀਆ। ਨਾਰਥ ਇੰਡੀਆ ਦੇ ਵਿੱਚ ਵੀ 2 ਐਨੀਮੀ ਆਪਦੇ ਦੁਸ਼ਮਣਾਂ ਨੂੰ ਬਾਬਰ ਨੇ ਫੇਸ ਕੀਤਾ। ਕਿਹੜੇ ਕਿਹੜੇ ਸੀ? ਰਾਣਾ ਸਾਗਾ ਜਿਹੜਾ ਕਿ ਮੇਵਾੜ ਦਾ ਰਾਜਾ ਸੀ, ਐਂਡ ਦਾ ਅਫਗਾਨ ਚੀਫ ਆਫ ਬੰਗਾਲ। ਠੀਕ ਹੈ। ਇਨ 1527 ਐਟ ਦਾ ਬੈਟਲ ਆਫ ਕਾਨਵਾ ਰਾਣਾ ਸਾਗਾ ਵਾਜ਼ ਡਿਫੀਟਡ। ਕਾਨਵਾ ਦੀ ਲੜਾਈ ਦੇ ਵਿੱਚ ਰਾਣਾ ਸਾਗਾ ਹਾਰ ਚੁੱਕਾ ਸੀ। ਐਂਡ ਇਨ 1528 ਬੈਟਲ ਆਫ ਕਾਗਰਾ ਅਫਗਾਨ ਵਾਜ਼ ਡਿਫੀਟਡ ਤੇ ਇਹਨਾਂ ਨੂੰ ਕਾਗਰਾ ਦੀ ਬੈਟਲ ਦੇ ਵਿੱਚ ਹਰਾਇਆ ਗਿਆ ਸੀ। These two victories enabled Babur to establish his power from Delhi to Agra and Bihar। ਇਹ ਦੋਨੋਂ ਜਿੱਤਾਂ ਦੇ ਨਾਲ ਬਾਬਰ ਇੰਨਾ ਕੁ ਯੋਗ ਹੋ ਚੁੱਕਿਆ ਸੀ ਵੀ ਉਸ ਨੇ ਆਪਣੀ ਪਾਵਰ ਹੈ ਉਹ ਦਿੱਲੀ ਤੋਂ ਲੈ ਕੇ ਆਗਰਾ ਤੇ ਬਿਹਾਰ ਤੱਕ ਇਸਟੈਬਲਿਸ਼ ਕਰ ਚੁੱਕਾ ਸੀ। ਉਹ ਬਾਬਰ ਵਾਜ਼ ਅ ਗ੍ਰੇਟ ਲੀਡਰ। ਬਾਬਰ ਗ੍ਰੇਟ ਲੀਡਰ ਸੀਗਾ, ਇੱਕ ਤਾਂ ਗੁੱਡ ਜਰਨਲ ਸੀਗਾ, ਬਰੇਵ ਵੈਰੀਅਰ ਸੀਗਾ। ਹੀ ਵਾਜ਼ ਅ ਗ੍ਰੇਟ ਸਕੋਲਰ, ਪੋਇਟ, ਲਵਰ ਆਫ
ਲਿਟਰੇਚਰ, ਉਹ ਲਿਟਰੇਚਰ ਨੂੰ, ਸਾਹਿਤ ਨੂੰ ਪਿਆਰ ਕਰਦਾ ਸੀ, ਵਧੀਆ ਸੰਗੀਤਕਾਰ ਜੋ ਜਿਹੜਾ ਹੈਗਾ ਕਵੀ ਸੀਗਾ, ਠੀਕ ਹੈ। ਉਸ ਨੇ ਆਪਦੀ ਆਟੋਬਾਇਓਗ੍ਰਾਫੀ ਲਿਖੀ ਸੀ ਇਨ ਤਰਕਿਸ਼ ਮਦਰ ਟੰਗ ਦੇ ਵਿੱਚ, ਤਰਕਿਸ਼ ਲੈਂਗੁਏਜ ਦੇ ਵਿੱਚ ਲਿਖੀ ਸੀ ਆਟੋਬਾਇਓਗ੍ਰਾਫੀ। ਇਹਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਵੀ ਆ ਜਾਂਦਾ ਹੈ। ਤਾਂ ਉਸ ਆਟੋਬਾਇਓਗ੍ਰਾਫੀ ਦਾ ਨਾਂ ਕੀ ਸੀ? ਬਾਬਰਨਾਮਾ, ਜਾਂ ਉਸ ਨੂੰ ਜਿਹੜਾ ਹੈਗਾ ਏ ਤੁਝ ਕੇ ਬਾਬਰੀ ਵੀ ਕਹਿ ਦਿੰਦੇ ਆ। ਤਾਂ ਆਟੋਬਾਇਓਗ੍ਰਾਫੀ ਹੈ ਜਿਹੜੀ ਇਹ ਬਾਬਰ ਨੇ ਲਿਖੀ ਸੀ, ਜਿਸ ਨੂੰ ਕਿ ਬਾਬਰਨਾਮਾ ਕਿਹਾ ਜਾਂਦਾ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਹਿਮਾਯੂ ਦੀ। ਹਿਮਾਯੂ ਐਲਡੈਸਟ ਸਨ ਆਫ ਬਾਬਰ, ਬਾਬਰ ਦਾ ਸਭ ਤੋਂ ਵੱਡਾ ਪੁੱਤਰ ਸੀਗਾ ਹਿਮਾਯੂ। ਹਿਮਾਯੂ succeeded in conquering the province of Gujarat, Malwa, but he was defeated by ਸ਼ੇਰਸ਼ਾਹ ਸੂਰੀ at ਚੌਸਾ। ਕਹਿੰਦੇ ਬੇਸ਼ੱਕ ਹਿਮਾਯੂ ਵਧੀਆ ਇੱਕ ਰਾਜਾ ਸੀ, ਗੁਜਰਾਤ ਮਾਲਵਾ ਨੂੰ ਉਸਨੇ ਜਿੱਤ ਵੀ ਲਿਆ ਸੀ, ਬਟ ਉਹ ਸ਼ੇਰਸ਼ਾਹ ਸੂਰੀ ਦੇ ਦੁਆਰਾ ਚੌਸਾ ਦੀ ਲੜਾਈ ਦੇ ਵਿੱਚ ਤੇ ਕਨੌਜ ਦੀ ਲੜਾਈ ਦੇ ਵਿੱਚ ਹਾਰ ਗਿਆ ਸੀਗਾ। ਇਸੇ ਕਰਕੇ ਆਫਟਰ ਦੀਜ਼ ਡਿਫੀਟਸ ਦਾ ਮੁਗਲ ਇੰਪਾਇਰ ਇਨ ਇੰਡੀਆ ਟੈਂਪਰੇਰਲੀ ਐਂਡਡ, ਤੇ ਟੈਂਪਰੇਰਲੀ ਜਿਹੜਾ ਸੀਗਾ ਮੁਗਲ ਇੰਪਾਇਰ ਇੰਡੀਆ ਦੇ ਵਿੱਚ ਇੱਕ ਵਾਰ ਖਤਮ ਹੋ ਗਿਆ ਸੀ, ਕਿਉਂਕਿ ਇਹਨਾਂ ਦੋ ਹਾਰਾਂ ਤੋਂ ਬਾਅਦ ਹਿਮਾਯੂ ਹੈ ਟੂ ਸਪੈਂਡ ਨੀਅਰਲੀ 15 ਈਅਰ ਇਨ ਐਗਜ਼ਾਈਲ ਇਨ ਪਰਸ਼ੀਆ, ਪਰਸ਼ੀਆ ਦੇ ਵਿੱਚ ਉਸ ਨੂੰ ਐਗਜ਼ਾਈਲ ਦੇ ਦੌਰਾਨ 15 ਈਅਰ ਜਿਹੜੇ ਹੈਗੇ ਆ ਉਹ ਕੱਟਣੇ ਪਏ ਸੀਗੇ। ਉਹਨੂੰ ਉੱਥੇ ਜਿਹੜਾ ਹੈਗਾ ਭੇਜ ਦਿੱਤਾ ਗਿਆ ਸੀ ਪਰਸ਼ੀਆ ਦੇ ਵਿੱਚ ਹਾਰ ਜਾਣ ਤੋਂ ਬਾਅਦ ਐਜ਼ ਏ ਪਨਿਸ਼ਮੈਂਟ। ਬਟ ਫਿਰ ਕੀ ਹੋਇਆ? ਹੀ ਫਾਈਨਲੀ ਫਾਊਂਡ ਰਿਫਿਊਜ਼ ਇਨ ਦਾ ਕੋਰਟ ਆਫ ਪਰਸ਼ੀਆ ਇੰਪਾਇਰ ਦੇ ਕੋਰਟ ਵਿੱਚ ਉਸ ਨੂੰ ਜਿਹੜਾ ਹੈਗਾ ਫਾਈਨਲੀ ਜੋ ਜਸਟਿਸ ਮਿਲ ਚੁੱਕਿਆ ਸੀਗਾ। ਇਟ ਵਾਜ਼ ਵਿਦ ਦਾ ਹੈਲਪ ਆਫ ਸ਼ਾਹ ਆਫ ਪਰਸ਼ੀਆ ਦੈਟ ਹਿਮਾਯੂ ਰੀਕੈਪਚਰਡ ਕਾਬਲ ਐਂਡ ਕੰਧਾਰ, ਉਸਨੇ ਕਾਬੁਲ ਤੇ ਕੰਧਾਰ ਨੂੰ ਵਾਪਸ ਜਿੱਤ ਲਿਆ ਸੀਗਾ, ਵਾਪਸ ਉਹਨਾਂ ਨੂੰ ਪ੍ਰਾਪਤ ਕਰ ਲਿਆ ਸੀ। ਇਨ 1555 ਹਿਮਾਯੂ ਰਿਟਰਨ ਟੂ ਇੰਡੀਆ, ਹਿਮਾਯੂ ਇੰਡੀਆ ਦੇ ਵਿੱਚ ਆ ਗਿਆ। ਸ਼ੇਰਸ਼ਾਹ ਸੂਰੀ ਹੈਡ ਡਾਈਡ ਐਂਡ ਦਾ ਸੂਰ ਇੰਪਾਇਰ ਹੈਡ ਬਿਕਮ ਵੀਕ, ਸ਼ੇਰਸ਼ਾਹ ਸੂਰੀ ਉਦੋਂ ਮਰ ਚੁੱਕਾ ਸੀ ਤੇ ਸੋਰ ਇੰਪਾਇਰ ਜਿਹੜਾ ਸੀਗਾ ਸ਼ੇਰਸ਼ਾਹ ਸੂਰੀ ਦਾ ਉਹ ਵੀ ਵੀਕ ਹੋ ਚੁੱਕਿਆ ਸੀ। ਹਿਮਾਯੂ ਫਾਊਟ ਐਂਡ ਰੀਕੈਪਚਰਡ ਦਾ ਟੈਰੀਟੋਰੀ ਹੀ ਹੈਡ ਲੋਸਟ, ਤੇ ਉਦੋਂ ਆ ਕੇ ਹਿਮਾਯੂ ਨੇ ਲੜਾਈਆਂ ਕੀਤੀਆਂ ਤੇ ਦੁਬਾਰਾ ਉਹੀ ਟੈਰੀਟੋਰੀ ਵਾਪਸ ਲੈ ਲਈ ਜਿਹੜੀ ਕਿ ਉਸਨੇ ਹਾਰੀ ਸੀ, ਜਿਹੜੀ ਕਿ ਸ਼ੇਰਸ਼ਾਹ ਸੂਰੀ ਨੇ ਉਸ ਤੋਂ ਜਿੱਤੀ ਹੋਈ ਸੀ। ਬਿਕੇਮ ਦਾ ਮੁਗਲ ਰੂਲਰ ਵੰਸ ਅਗੇਨ, ਤੇ ਉਹ ਵੰਸ ਅਗੇਨ ਇੱਕ ਵਾਰ ਫੇਰ ਮੁਗਲ ਰੂਲਰ ਬਣ ਚੁੱਕਿਆ ਸੀ।